ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ। ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰਹੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰਹੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ,
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਸਭ ਜਗ ਬਿਖੈ ਧਰਬਹਿ ਜਉ। ਤਰਾ ਮਹਿ ਪਹਿਚਾਨੋ ਸੋ। ਗਾਡ ਗਾਡ ਬਹੁ ਮਰ ਮਰ ਗਏ। ਆਗੇ ਕਿਨੂ ਸੰਗ ਨ ਲਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਜਗ ਬਿਖੈ ਧਰਬਹਿ ਸੋ। ਤਰਾ ਮਹਿ ਪਹਿਚਾਨੈ ਸੋ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਬ੍ਰਾਹਮਣ ਨੂੰ ਉਹਦੇ ਪਖੰਡ ਤੋਂ ਜਾਣੂ ਕਰਵਾਉਂਦੇ ਨੇ। ਬ੍ਰਾਹਮਣ ਦਾ ਜਿਹੜਾ ਰੁਪਈਆ ਪੈਸਿਆਂ ਵਾਲਾ ਡੱਬਾ ਹੈ ਉਹ ਗੁਰੂ ਸਾਹਿਬ ਜੀ ਪਿਛਲੇ ਪਾਸੋਂ ਪ੍ਰਗਟ ਕਰਦੇ ਨੇ। ਉਸ ਡੱਬੇ ਦੇ ਨਾਲ ਹੋਰ ਦੱਬੀ ਹੋਈ ਮਾਇਆ ਉਹ ਵੀ ਬ੍ਰਾਹਮਣ ਨੂੰ ਤੋਂ ਪ੍ਰਾਪਤ ਹੋਈ। ਗੁਰੂ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਕਿ ਇਹ ਬ੍ਰਾਹਮਣ, ਤੂੰ ਪੜ੍ਹਿਆ ਲਿਖਿਆ ਵਿਦਵਾਨ ਵੀ ਹੈ, ਇਸ ਕਰਕੇ ਜੇ ਕੇਵਲ ਰੁਪਈਏ ਪੈਸੇ ਵਾਸਤੇ ਪਖੰਡ ਕਰ ਰਿਹਾ ਹੈ ਤੇ ਇਸ ਪਖੰਡ ਨੂੰ ਛੱਡ, ਸੱਚ ਦੇ ਨਾਲ ਜੁੜ, ਪਰਮੇਸ਼ਰ ਦੀ ਬੰਦਗੀ ਕਰ ਤੇ ਸੱਚ ਜਾਣੂ, ਤੈਨੂੰ ਕਿਸੇ ਤਰ੍ਹਾਂ ਦਾ ਟੋਟਾ ਆਏਗਾ ਨਹੀਂ। ਹੁਣ ਇਸ ਬ੍ਰਾਹਮਣ ਨੇ ਅਗਲਾ ਸਵਾਲ ਕੀਤਾ ਸੀ ਕਿ ਸਤਿਗੁਰੂ ਜੀ ਇਹ ਰੁਪਈਆ ਪੈਸਾ ਦੱਬਿਆ ਕਿੰਨੇ, ਤੇ ਜੇ ਦੱਬਿਆ ਤੇ ਤੁਹਾਨੂੰ ਕਿਵੇਂ ਪਤਾ ਹੈ, ਤੇ ਜੇ ਆਪ ਜੀ ਨੂੰ ਪਤਾ ਹੈ ਤੇ ਫਿਰ ਇਹਦੇ ਬਾਰੇ ਸਮਝਾਓ, ਮੇਰੇ ਸ਼ੰਕੇ ਵੀ ਦੂਰ ਕਰੋ ਕਿ ਇਹ ਧਰਤੀ ਦੇ ਥੱਲੇ ਮਾਇਆ ਕਿਵੇਂ ਹੈ। ਹੁਣ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਕੱਲ੍ਹ ਵੀ ਬੇਨਤੀ ਕੀਤੀ ਸੀ, ਵੈਸੇ ਸਾਰੀ ਧਰਤੀ ਦੇ ਥੱਲੇ ਹੀ ਧਨ ਦੌਲਤ ਹੀ ਹੈ, ਉਹ ਕਿਸੇ ਵੀ ਢੰਗ ਤਰੀਕੇ ਨਾਲ ਹੋਵੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਬਹੁਤ ਸਾਰਾ ਧਨ ਐਸਾ ਵੀ ਹੈ ਜਿਹੜਾ ਲੋਕਾਂ ਨੇ ਇਕੱਠਾ ਕਰ ਕਰਕੇ ਜੋੜ ਕੇ ਔਰ ਲੁਕਾਉਣ ਦੇ ਉਦੋਂ ਸਾਧਨ ਇਸੇ ਤਰ੍ਹਾਂ ਦੇ ਸਨ ਕਿ ਧਰਤੀ 'ਚ ਟੋਇਆ ਪੱਟਿਆ ਦੱਬ ਦਿੱਤੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਪੰਡਤ ਜੀ ਸਭ ਜਗ ਵਿਖਿਆ ਦਰਬ ਹੈ ਜੋ। ਤਰਾ ਮਹਿ ਪਹਿਚਾਨੋ ਸੋ। ਭਗਤੀ ਕਰਨ ਵਾਲੇ ਪਰਮੇਸ਼ਰ ਦੇ ਭਗਤ ਨੂੰ ਜਾਣਦੇ ਨੇ, ਪਹਿਚਾਨ ਲੈਂਦੇ ਨੇ। ਤੇ ਨਾਲੇ ਅਗਲਾ ਬਚਨ ਕੀਤਾ, ਗਾਡ ਗਾਡ ਬਹੁ ਮਰ ਮਰ ਗਏ। ਆਗੇ ਕਿਨਹੂ ਸੰਗ ਨਾ ਲਏ। ਇਵੇਂ ਦਾ ਧਨ ਬਹੁਤ ਸਾਰੇ ਲੋਕ ਧਰਤੀ ਦੇ ਥੱਲੇ ਦੱਬ ਕੇ ਆਪ ਤੇ ਮਰ ਮੁੱਕ ਗਏ, ਪਰ ਕੋਈ ਵੀ ਆਪਣੇ ਨਾਲ ਅੱਜ ਤੱਕ ਕੁਝ ਨਹੀਂ ਲੈ ਕੇ ਗਿਆ। ਔਰ ਬਹੁਤ ਸਾਰੇ ਐਸੇ ਨੇ ਕਿ ਜਿਨ੍ਹਾਂ ਨੇ ਆਪਣੇ ਸੰਗੀ ਸਾਥੀਆਂ ਨੂੰ ਆਪਣੇ ਧੀਆਂ ਪੁੱਤਰਾਂ ਤੱਕ ਨੂੰ ਨਹੀਂ ਦੱਸਿਆ ਹੁੰਦਾ, ਕਿਉਂਕਿ ਅੰਦਰ ਉਹਨਾਂ ਦੇ ਇੱਕ ਤੌਖਲਾ ਜਿਹਾ ਹੁੰਦਾ ਕਿ ਸ਼ਾਇਦ ਇਹਨਾਂ ਨੂੰ ਦੱਸੀਏ ਤਾਂ ਕੋਈ ਕੰਮ ਵਿਗੜ ਨਾ ਜਾਏ, ਕਿ ਸਮਾਂ ਆਏਗਾ ਦੱਸ ਦਿਆਂਗੇ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਹਾਲੇ ਥੋੜ੍ਹੀ ਮਰਨਾ ਹੈ,
ਔਰ ਬਹੁਤ ਸਾਰੇ ਨੇ ਜਿਹੜੇ ਰਾਤ ਨੂੰ ਕਿਸੇ ਨੂੰ ਦੱਸਦੇ ਨਹੀਂ, ਪਰ ਸੁੱਤੇ ਦੇ ਸੁੱਤੇ ਰਹਿ ਜਾਂਦੇ ਨੇ। ਬਹੁਤ ਧਰਤੀ ਵਿੱਚ ਕੱਢ ਕੇ ਵੀ ਗਏ, ਕਿਸੇ ਨੂੰ ਦੱਸੇ ਤੋਂ ਬਿਨਾਂ ਵੀ ਚਲੇ ਗਏ, ਮਰ ਮੁੱਕ ਵੀ ਗਏ। ਖਾਇਓ ਕਿਨਹੂ ਨਾ ਆਗੇ ਗਇਓ, ਧਰਣੀ ਵਿਖੈ ਦਫਨ ਸੋ ਭਇਓ। ਸਤਿਗੁਰੂ ਜੀ ਕਹਿੰਦੇ ਨੇ ਐਸਾ ਬਹੁਤ ਸਾਰਾ ਧਨ ਪਦਾਰਥ ਹੈ ਕਿ ਜਿਹੜਾ ਉਹਨਾਂ ਮਨੁੱਖਾਂ ਨੇ ਨਾ ਤੇ ਖਾਧਾ, ਨਾ ਕਿਸੇ ਨੂੰ ਵੰਡਿਆ, ਨਾ ਹੀ ਅੱਗੇ ਲੈ ਕੇ ਗਏ, ਬਸ ਦੱਬੇ ਤੇ ਦੱਬੇ ਰਹਿ ਗਿਆ। ਖਾਇਓ ਅੰਨ ਪੀਓ ਮੁਖ ਪਾਣੀ, ਚੀਰ ਹੰਡਾਏ ਔਦ ਬਿਹਾਨੀ। ਬਸ ਉਹਨਾਂ ਨੇ ਤੇ ਜੋ ਕੁਛ ਖਾ ਲਿਆ, ਕਿਉਂਕਿ ਅਨਾਜ ਸੀ ਉਹ ਤੇ ਖਾ ਲਿਆ, ਪਾਣੀ ਪੀ ਲਿਆ। ਕੁਝ ਉਹਨਾਂ ਰੁਪਈਆਂ ਪੈਸਿਆਂ ਦੇ ਵਿੱਚੋਂ ਕੱਪੜੇ ਮਾੜੇ ਚੰਗੇ ਜਿਵੇਂ ਵੀ ਅਗਲੇ ਨੇ ਪਾਏ ਉਹ ਪਾ ਕੇ ਹੰਡਾ ਕੇ ਆਪਣੀ ਉਮਰ ਨੂੰ ਬਤੀਤ ਕਰ ਗਿਆ। ਸੋਨਾ ਖਾਏ ਨਾ ਚਾਂਦੀ ਖਾਈ, ਧਰਣੀ ਦਫਨ ਕੀਏ ਤਜ ਜਾਈ। ਕਹਿੰਦੇ ਨਾ ਉਹਨਾਂ ਨੇ ਸੋਨਾ ਖਾਧਾ, ਨਾ ਚਾਂਦੀ ਖਾਧੀ, ਔਰ ਨਾ ਇਹ ਖਾਧੀ ਜਾਂਦੀ ਹੈ। ਬਸ ਧਰਤੀ ਦੇ ਥੱਲੇ ਦੱਬਿਆ ਤੇ ਦੱਬੇ ਰਹਿ ਗਿਆ। ਔਰ ਦੇਖੋ ਬਹੁਤ ਸਾਰੇ ਅੱਜ ਵੀ ਐਸੇ ਧਾਰਮਿਕ ਸਥਾਨ ਨੇ, ਨਾਮ ਕਿਸੇ ਦਾ ਨਾਂ ਲਵਾਂ, ਕਿ ਇੰਨਾ ਕਰੋੜਾਂ ਅਰਬਾਂ ਰੁਪਈਆ ਹੈ ਕਿ ਤਹਿਖਾਨਿਆਂ ਦੇ ਵਿੱਚ ਪਿਆ ਹੋਇਆ ਭਾਵੇਂ ਗਲ ਜੇ, ਥੱਲੇ ਦੱਬਦੇ ਨੇ, ਪਰ ਪਤਾ ਨਹੀਂ ਉਹਨਾਂ ਨੂੰ ਵੰਡਣ ਦੀ ਵੀ ਸਮਝ ਨਹੀਂ ਕਿ ਇਹ ਕਿਹੜੇ ਕੰਮ ਕਿਸੇ ਨਾ ਕਿਸੇ ਕੰਮ ਹੀ ਲਾਦੀ। ਇਸ ਤਰ੍ਹਾਂ ਦੇ ਲੋਕ ਨੇ ਕਿ ਜਿਹੜੇ ਦੱਬ ਕੇ ਚਲੇ ਗਏ। ਸੋਨਾ ਅੱਜ ਤੱਕ ਕਿਸੇ ਨੇ ਖਾਧਾ, ਕਿ ਭਾਵੇਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਕਿੰਨੇ ਵੀ ਇਕੱਠੇ ਕਰ ਲਏ, ਖਾਧੀ ਤੇ ਕਿਸੇ ਨੇ 2 ਵਕਤ ਦੀ ਰੋਟੀ ਹੈ ਨਾ। ਸੋਨੇ ਦੇ ਨਾਲ ਚਾਂਦੀ ਦੇ ਨਾਲ ਕਿਸੇ ਨੇ ਆਪਣਾ ਢਿੱਡ ਤੇ ਨਹੀਂ ਨਾ ਭਰਿਆ, ਉਹ ਤਾਂ ਉਸੇ ਤਰ੍ਹਾਂ ਦੀ ਦੱਬੀ ਰਹਿ ਗਈ। ਜਗ ਕੇ ਕਾਜ ਚਲਾਵਣ ਕਾਰਨ, ਧਨ ਕੀਏ ਕਰਨ ਸਰਬ ਵਿਵਹਾਰਨ। ਕਹਿੰਦੇ ਜਗਤ ਦੇ ਕੰਮ ਚਲਾਉਣ ਵਾਸਤੇ ਧਨ ਹੁੰਦਾ ਹੈ, ਪਰ ਕੰਮ ਚਲਾਉਣ ਦੇ ਬਜਾਏ ਉਹਨਾਂ ਨੂੰ ਇੱਕ ਥਾਂ ਤੇ ਜੋੜ ਕੇ ਇਕੱਠਾ ਕਰੀ ਜਾਣਾ, ਇੱਕ ਥਾਂ ਤੇ ਰੱਖੀ ਜਾਣਾ, ਤੇ ਉਹ ਫਿਰ ਕਿਸੇ ਕੰਮ ਨੂੰ ਨਹੀਂ ਹੁੰਦਾ। ਸੰਤ ਭਗਤ ਜੋ ਔਰ ਸਚਿਆਰੂ, ਗੋਤ ਪ੍ਰਗਟ ਸੇ ਜਾਣਨ ਹਾਰੂ। ਸਤਿਗੁਰੂ ਕਹਿੰਦੇ ਨੇ, ਇਹ ਬ੍ਰਾਹਮਣ ਜਿਹੜੇ ਉਸ ਪਰਮਾਤਮਾ ਦੇ ਸੰਤ ਭਗਤ ਹੁੰਦੇ ਨੇ ਨਾ, ਜਪਣ ਵਾਲੇ ਹੁੰਦੇ ਨੇ, ਜਿਨ੍ਹਾਂ ਦਾ ਸੱਚ ਦੇ ਵਿੱਚ ਵਾਸਾ ਹੋ ਜਾਂਦਾ ਹੈ, ਉਹ ਗੋਤ ਪ੍ਰਗਟ ਸਭ ਨੂੰ ਜਾਣਦੇ ਨੇ ਕਿ ਧਰਤੀ ਦੇ ਥੱਲੇ ਕੀ ਹੈ ਤੇ ਬਾਹਰ ਕੀ ਹੈ। ਕਿਤੇ ਅਸੰਖ ਪਦਮ ਧਨ ਜੋ, ਸਭ ਧਰਣੀ ਮਹਿ ਗਾਢਿਓ ਸੋਊ। ਤੇ ਸਤਿਗੁਰੂ ਜੀ ਕਹਿੰਦੇ ਨੇ, ਇਹ ਬ੍ਰਾਹਮਣ ਜੀ ਇਵੇਂ ਦਾ ਇੱਕ ਡੱਬਾ ਜਾਂ ਇੱਕ ਮਟਕਾ ਨਹੀਂ, ਇਵੇਂ ਦਾ ਧਨ ਧਰਤੀ ਦੇ ਥੱਲੇ ਇੰਨਾ ਕੁ ਦੱਬਿਆ ਪਿਆ ਕਿ ਲੱਖਾਂ ਕਰੋੜਾਂ ਹੀ ਨਹੀਂ, ਅਸੰਖਾਂ ਦੀ ਗਿਣਤੀ ਵਿੱਚ ਹੈ, ਜਿਹੜਾ ਅੱਜ ਵੀ ਦੱਬਿਆ ਪਿਆ ਕਿਸੇ ਨੂੰ ਪਤਾ ਹੀ ਨਹੀਂ। ਜਾਣੇ ਸੰਤ ਰਾਮ ਕੇ ਪਿਆਰੇ, ਜਿਹ ਨਿਜ ਹਿਰਦੈ ਸਮਾਈ ਧਾਰੇ। ਸਤਿਗੁਰੂ ਜੀ ਕਹਿੰਦੇ ਨੇ, ਇਹ ਬ੍ਰਾਹਮਣ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਭਗਤ ਗੁਰਸਿੱਖ ਨੇ, ਉਹ ਜਾਣਦੇ ਨੇ, ਜਿਨ੍ਹਾਂ ਨੇ ਆਪਣੇ ਹਿਰਦਿਆਂ ਦੇ ਵਿੱਚ ਪ੍ਰਭੂ ਪ੍ਰਤੀ ਪ੍ਰੇਮ ਪੈਦਾ ਕੀਤਾ, ਇਹਨਾਂ ਸਮਾਈ ਕੀਤੀ ਹੈ। ਉਹ ਸਮਾਈ ਜਿਨ੍ਹਾਂ ਨੇ ਧਾਰਨ ਕੀਤੀ, ਉਹ ਜਾਣਦੇ ਨੇ, ਭਾਵ ਕਿ ਆਪਣਾ ਆਪ ਜਿਨ੍ਹਾਂ ਨੇ ਜਾਣਿਆ ਹੈ, ਆਪਣੇ ਆਪ ਨੂੰ ਜਾਣਿਆ, ਉਹਨੇ ਸਾਰੀ ਦੁਨੀਆ ਨੂੰ ਜਾਣ ਲਿਆ। ਵਿਪਰ ਕਹਿ ਜੇਤੇ ਨਰਿਆ ਹੈ, ਸਭੈ ਪ੍ਰੇਤ ਕਰ ਧਨ ਕੋ ਚਹੈ। ਹੁਣ ਬ੍ਰਾਹਮਣ ਜਿਵੇਂ ਤੇ ਕੋਈ ਸਵਾਲ ਕਰਦਾ ਹੈ, ਔਰ ਇਹਦੇ ਸਵਾਲਾਂ ਤੋਂ ਲੱਗਦਾ ਕਿ ਸਾਡੇ ਵੱਲ ਦੀ ਗੱਲ ਕਰ ਰਿਹਾ, ਕਿਉਂਕਿ ਸਾਡੇ ਸਾਥੀ ਸਾਡੇ ਨਾਲ ਦੀ ਹੈ ਨਾ ਜੀ। ਫਿਰ ਹੱਥ ਜੋੜ ਕੇ ਕਹਿੰਦਾ, ਇਹ ਸੰਤ ਜੀ, ਕਿ ਦੇਖੋ ਐਸਾ ਕਿਹੜਾ ਮਨੁੱਖ ਜਿਹਦਾ ਧਨ ਦੇ ਨਾਲ ਪਿਆਰ ਨਾ ਹੋਵੇ। ਵਿਪਰ ਕਹਿ ਜੇਤੇ ਨਾ ਰਹੇ, ਜਿੰਨੇ ਵੀ ਮਨੁੱਖ ਨੇ ਧਨ ਨੂੰ, ਰੁਪਈਏ ਪੈਸੇ ਨੂੰ ਪਿਆਰ ਤੇ ਕਰਦੇ ਹੀ ਨਹੀਂ। ਔਰ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਸੀ ਪੰਡਿਤ ਦੁਰਗੋ। ਔਰ ਉਹ ਆਪ ਜੀ ਜਾਣਦੇ ਹੋ ਕਿ ਜਦੋਂ ਬਾਬਾ ਅਮਰਦਾਸ ਜੀ ਉਹ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ ਤੇ ਅਖੀਰਲੀ ਵਾਰੀ ਗਏ, ਇਸ ਦੁਰਗੋ ਬ੍ਰਾਹਮਣ ਦੇ ਘਰ ਵਿੱਚ ਰੁਕੇ ਸਨ। ਇਹਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕ ਪਦਮ ਦੇਖਿਆ,
ਕਿ ਜਿਹੜਾ ਜੋਤਿਸ਼ ਵਿੱਦਿਆ ਨਾਲ ਇਹ ਜਾਣਦਾ ਸੀ ਕਿ ਤੁਸੀਂ ਬੜੇ ਵੱਡੇ ਜਾਤ ਦੇ ਸਮਰਾਟ ਚੱਕਰਵਰਤੀ ਰਾਜੇ ਬਣੋਗੇ ਜਾਂ ਕੋਈ ਬਹੁਤ ਹੀ ਉੱਚੀ ਤੁਹਾਨੂੰ ਪਦਵੀ ਮਿਲੇਗੀ। ਔਰ ਧੰਨ ਗੁਰੂ ਅਮਰਦਾਸ ਜੀ, ਜਦੋਂ ਬਾਬਾ ਅਮਰਦਾਸ ਜੀ ਨੇ ਇਸ ਦੁਰਗੋਂ ਨੂੰ ਕੁਝ ਦੇਣ ਦਾ ਯਤਨ ਕੀਤਾ ਸੀ, ਨਾਲ ਦੇ ਸਾਥੀ ਨੇ ਦਿੱਤਾ, ਉਸ ਪੰਡਤ ਨੇ ਰੱਖ ਲਿਆ, ਪਰ ਧੰਨ ਬਾਬਾ ਅਮਰਦਾਸ ਜੀ ਇਹਨਾਂ ਨੂੰ ਵਾਪਸ ਮੋੜ ਦਿੱਤਾ ਕਿ ਜਦੋਂ ਤੁਸੀਂ ਉਸ ਪਦਵੀ 'ਤੇ ਬੈਠੋਗੇ, ਆਪ ਚੱਲ ਕੇ ਆਵਾਂਗਾ, ਉਦੋਂ ਮੰਗ ਕੇ ਲਵਾਂਗਾ। ਔਰ ਪੰਡਤ ਦੁਰਗੋਂ ਆਇਆ ਸੀ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਪੰਡਤ ਜੀ ਚਲੋ ਦੱਸੋ ਅੱਜ ਨਾਮ ਚਾਹੀਦਾ ਕਿ ਧਨ ਚਾਹੀਦਾ ਹੈ। ਔਰ ਇਸ ਪੰਡਤ ਨੇ ਵਿਚਾਰ ਕੀਤੇ ਸੀ, ਕਵੀ ਸੰਤੋਖ ਸਿੰਘ ਜੀ ਉੱਥੇ ਲਿਖਦੇ ਨੇ ਕਿ ਜੇ ਆਪਣੇ ਜਨ ਨੂੰ, ਸੇਵਕ ਨੂੰ ਤੁਸੀਂ ਨਾਮ ਦਿਓ, ਧਨ ਨਾ ਦਿਓ, ਤੇ ਧਨ ਤੋਂ ਬਿਨਾਂ ਤਾਂ ਕੋਈ ਪਛਾਣਦਾ ਹੀ ਨਹੀਂ, ਇੱਜ਼ਤ ਮਾਣ ਹੀ ਨਹੀਂ ਮਿਲਦੀ। ਤੇ ਜੇ ਧਨ ਦੇ ਦਿਓ, ਨਾਮ ਨਾ ਦਿਓ, ਤੇ ਇਕੱਲੇ ਧਨ ਨੇ ਨਾਲ ਜਾਣਾ, ਕੋਈ ਨਹੀਂ, ਨਾਮ ਤੋਂ ਬਿਨਾਂ ਅੱਗੇ ਸਮਾਈ ਨਹੀਂ ਹੋਣੀ। ਉੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸੀ। ਇਹ ਧਨ ਜਿਹੜਾ ਹੈ ਨਾ, ਇਹ ਸਾਡਾ ਗੁਜ਼ਰਾਨ ਤੇ ਹੈ, ਪਰ ਕੇਵਲ ਧਨ ਨੂੰ ਸਾਰਾ ਕੁਝ ਸਮਝ ਲਈਏ ਇਹ ਨਹੀਂ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਘਰ ਵਿੱਚ ਜੋ ਵੀ ਕੋਈ ਮੰਗਦਾ ਹੈ, ਇੱਥੋਂ ਨਾਮ ਵੀ ਮਿਲੇਗਾ, ਧਨ ਵੀ ਮਿਲੇਗਾ, ਪਰ ਅੰਦਰ ਦੇ ਝੂਠ ਨੂੰ ਛੱਡ ਕੇ ਸੱਚ ਦੇ ਨਾਲ ਜੁੜ। ਇਹਨੇ ਸਵਾਲ ਕੀਤਾ ਕਿ ਸਤਿਗੁਰੂ, ਇਹ ਸੰਤ ਜੀ, ਇਹ ਮਾਇਆ ਦੇ ਨਾਲ ਪਿਆਰ ਤੇ ਹਰ ਕਿਸੇ ਦਾ ਹੈ ਤੇ ਹਰ ਕੋਈ ਚਾਹੁੰਦਾ ਹੈ, ਔਰ ਇੰਨੀ ਕੁਝ ਹੋਣੀ ਚਾਹੀਦੀ, ਗੁਜ਼ਾਰਾ ਚੱਲਦਾ ਰਹੇ। ਨਹਿ ਜਾਣੇ ਪਰਮੇਸ਼ਰ ਕੋ, ਲੋਭ ਮੋਹ ਮਹਿ ਫਸ ਗਏ ਸੋ। ਕਿਉਂਕਿ ਬ੍ਰਾਹਮਣ ਦਾ ਜਿਵੇਂ ਦਾ ਆਪਣਾ ਅੰਦਰ ਹੈ, ਉਵੇਂ ਦੇ ਸਭ ਲੱਗਦੇ ਨੇ ਕਿ ਇਹ ਸੰਤ ਜੀ ਪਰਮੇਸ਼ਰ ਨੂੰ ਕਿਹੜਾ ਜਾਣਦਾ ਹੈ, ਨਾਮ ਨੂੰ ਕਿਹੜਾ ਪਿਆਰ ਕਰਦਾ ਹੈ, ਕਿ ਮੇਰੇ ਵਰਗੇ ਇੱਥੇ ਲੱਖਾਂ ਕਰੋੜਾਂ ਹੀ ਫਿਰਦੇ ਹੋਣਗੇ, ਪਹਿਰਾਵਾ ਉਹਨਾਂ ਸੰਤਾਂ ਵਾਲਾ ਪਾਇਆ ਹੋਵੇਗਾ, ਪਰ ਰੱਬ ਨੂੰ ਪਿਆਰ ਸੱਚਮੁੱਚ ਕਿਹੜਾ ਕਰਦਾ ਹੈ। ਸਾਰੇ ਲੋਭ ਮੋਹ ਮੈਂ ਫਸ ਗਏ ਸੋ, ਲੋਕ ਤੇ ਲੋਭ ਦੇ ਮੋਹ ਵਿੱਚ ਮੇਰੇ ਤਰ੍ਹਾਂ ਫਸੇ ਪਏ ਨੇ। ਔਰ ਇਵੇਂ ਦੇ ਜਿਹੜੇ ਲੋਭੀ ਪਹਿਰਾਵੇ ਵਾਲੇ ਨੇ, ਉਹਨਾਂ ਨੂੰ ਬਾਬਾ ਕਬੀਰ ਜੀ ਨੇ ਪਾਵਨ ਬਚਨ ਵੀ ਕਿਹਾ ਸੀ ਕਿ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਕਿ ਕੇਵਲ ਪਹਿਰਾਵਾ ਹੈ, ਕੇਵਲ ਵਿਖਾੜਾ ਹੈ, ਅੰਦਰ ਪਰਮੇਸ਼ਰ ਦੇ ਨਾਮ ਨਾਲ ਪ੍ਰੀਤ ਨਹੀਂ, ਫਿਰ ਤਾਂ ਵੱਡੇ ਠੱਗ ਨੇ। ਆਪਣੇ ਧਰਮ ਵਿਕੈ ਕੋ ਨਾਹੀ, ਸੁਣ ਗੁਰ ਤ੍ਰਿਤੀਆ ਪੌੜੀ ਪ੍ਰਾਹੀ। ਹੁਣ ਜਦੋਂ ਉਸ ਬ੍ਰਾਹਮਣ ਨੇ ਇਹ ਬਚਨ ਕਹੇ ਕਿ ਭਾਵੇਂ ਕੋਈ ਵੀ ਹੈ, ਭਾਵੇਂ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਆਪਣੇ ਧਰਮ ਵਿੱਚ ਤੇ ਲੱਗਦਾ ਕੋਈ ਵੀ ਨਹੀਂ, ਕੋਈ ਪਰਪਾਕੀ ਨਹੀਂ। ਤੇ ਅੱਜ ਦਾ ਸ਼ਬਦ ਨਾਲ ਜੋੜਦੀ ਹੈ, ਭਾਵੇਂ ਸਿੱਖ ਵੀ ਹੈ, ਕਿਉਂਕਿ ਪਹਿਰਾਵੇ ਕਰਕੇ ਤੇ ਸਿੱਖ ਹੈ, ਪਰ ਜੇ ਮਰਿਆਦਾ ਨਹੀਂ, ਜੇ ਰਹਿਤ ਨਹੀਂ, ਤੇ ਫਿਰ ਵੀ ਸਿੱਖ ਕਹੀ ਜਾਏ। ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਪਾਵਨ ਬਚਨ ਤੇ ਸਾਨੂੰ ਚੇਤੇ ਰੱਖਣੇ ਚਾਹੀਦੇ ਨੇ। ਗੁਰੂ ਸਾਹਿਬ ਨੇ ਜਿੱਥੇ ਆਪਣਾ ਖਾਸ ਰੂਪ ਸਾਨੂੰ ਕਿਹਾ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਮੈਂ ਖਾਲਸੇ ਦੇ ਵਿੱਚ ਹੀ ਮੇਰਾ ਵਸਾ ਹੈ। ਔਰ ਨਾਲੇ ਬਚਨ ਕਹੇ ਸਨ, ਜਬ ਲਗ ਖਾਲਸਾ ਰਹੇ ਨਿਆਰੂ, ਤਬ ਲਗ ਤੇਜ ਦਿਓ ਮੈਂ ਸਾਰੂ। ਸਾਰਾ ਤੇਜ ਪ੍ਰਤਾਪ ਆਪਣਾ ਖਾਲਸੇ ਨੂੰ ਦਿੱਤਾ। ਪਰ ਅਗਲੇ ਬਚਨ ਗੁਰੂ ਸਾਹਿਬ ਜੀ ਨੇ ਤੇ ਕਹੇ ਨੇ, ਸਾਨੂੰ ਭਾਵੇਂ ਭੁੱਲ ਗਏ, ਜਬ ਇਹ ਕਹੇ ਵਿਪਰਨ ਕੀ ਰੀਤ। ਵਿਪਰਨ ਦੀ ਰੀਤ ਅਸੀਂ ਕਰੀ ਵੀ ਉਹਨੇ ਹਾਂ, ਪੜ੍ਹੀ ਵੀ ਉਹਨੇ ਕਿ ਰਾਜ ਕਰੇਗਾ ਖਾਲਸਾ, ਖਾਲਸਾ ਨਿਆਰਾ ਹੈ। ਪੜ੍ਹੀ ਵੀ ਉਹਨੇ ਕਿ ਅਸੀਂ ਤੇਰੇ ਸਿੱਖ ਹਾਂ, ਸਾਰੇ ਤੋਂ ਵੱਖਰੇ ਹਾਂ, ਪਰ ਸਾਰਿਆਂ ਦੇ ਪਿੱਛੇ ਪਿੱਛੇ ਤੁਰੇ ਵੀ ਫਿਰਨੇ ਆ। ਉੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਪੰਡਤ ਕਹਿ ਰਿਹਾ ਹੈ ਕਿ ਇਹ ਸੰਤ ਜੀ ਆਪਣੇ ਧਰਮ ਦੇ ਵਿੱਚ ਕੋਈ ਵੀ ਪਰਪੱਕ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਸ਼ਬਦ ਦਾ ਅੱਗੇ ਜਿਹੜਾ ਤੀਸਰਾ ਪਦਾ ਹੈ ਜਾਂ ਤੀਸਰੀ ਪੌੜੀ, ਉਹ ਉਚਾਰਨ ਕੀਤੀ। ਸ੍ਰੀ ਮੁਖਵਾਕ ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੇ ਗਤ ਰਹੀ।
ਸਤਿਗੁਰੂ ਜੀ ਕਹਿੰਦੇ ਨੇ, ਇਹ ਪੰਡਤ ਜੀ, ਬ੍ਰਾਹਮਣ ਜੀ, ਗੱਲ ਤੇਰੀ ਵੀ ਠੀਕ ਹੈ। ਧਰਮ ਆਪੋ ਆਪਣਾ ਸਭ ਨੇ ਛੱਡ ਦਿੱਤਾ ਹੋਇਆ। ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਹੈ। ਪਹਿਰਾਵਾ ਖੱਤਰੀਆਂ ਵਾਲਾ ਹੈ। ਖੱਤਰੀ ਕਹਿੰਦੇ ਨੇ ਕਿ ਜਿਹੜੇ ਸ਼ਸਤਰਧਾਰੀ ਨੇ, ਜਿਨ੍ਹਾਂ ਦਾ ਕੰਮ ਆਪਣੇ ਦੇਸ਼, ਆਪਣੇ ਕੌਮ ਦੀ ਰੱਖਿਆ ਲਈ ਮਰ ਜਾਣਾ ਜਾਂ ਮਾਰ ਦੇਣਾ, ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ। ਉਹ ਵਿਚਾਰੇ ਆਪਣੀ ਰੱਖਿਆ ਨਹੀਂ ਕਰ ਸਕਦੇ, ਕਿਸੇ ਦੀ ਕੀ ਕਰਨਗੇ? ਕਿਉਂਕਿ ਧਰਮ ਤਾਂ ਹੀ ਸੀ ਤੇਰਾ, ਮਿਥਿਆ ਹੋਇਆ ਸੀ ਖੱਤਰੀ ਦਾ, ਪਰ ਉਹ ਆਪਣੀ ਰੱਖਿਆ ਨਹੀਂ ਕਰ ਸਕਦੇ। ਕਿਵੇਂ ਜੀ? ਕਹਿੰਦੇ ਮਲੇਸ਼ ਭਾਖਿਆ ਕਹੀ, ਉਹ ਵੀ ਮਲੇਸ਼ੀਆ ਵਾਲੀ ਬੋਲੀ ਬੋਲਣ ਲੱਗ ਪਏ। ਹੁਣ ਇਹ ਲੋਕ ਮਲੇਸ਼ ਕਹਿੰਦੇ ਸਨ ਉਸ ਵੇਲੇ ਤੇ ਤੁਰਕਾਂ ਨੂੰ, ਮੁਸਲਮਾਨਾਂ ਨੂੰ। ਨੌਕਰੀ ਵੀ ਉਹਨਾਂ ਦੀ ਕਰਦੇ ਨੇ, ਮਲੇਸ਼ ਵੀ ਉਹਨਾਂ ਨੂੰ ਕਹਿੰਦੇ ਨੇ, ਬੋਲੀ ਵੀ ਉਹਨਾਂ ਦੀ ਬੋਲਦੇ ਨੇ, ਧਨ ਨੌਕਰੀ ਦਾ ਪੈਸਾ ਵੀ ਉਹਨਾਂ ਤੋਂ ਲੈ ਕੇ ਖਾਂਦੇ ਨੇ, ਤੇ ਫਿਰ ਵੀ ਆਪਣੇ ਆਪ ਨੂੰ ਖੱਤਰੀ ਕਹਿੰਦੇ ਨੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਬੋਲੀ ਉਹਨਾਂ ਦੀ ਬੋਲਦੇ ਨੇ, ਭਾਵੇਂ ਹੁਣ ਕਿਵਾ ਕਰਨਾ, ਉਸ ਵੇਲੇ ਤੇ ਖੱਤਰੀ ਉਹਨਾਂ ਦੀ ਨੌਕਰੀ ਕਰਦੇ ਸਨ, ਤੇ ਅੱਜ ਦਾ ਜੇ ਉਹ ਖੱਤਰੀ ਵੇਖਣਾ ਹੋਵੇ ਤੇ ਇਹ ਮਹਿਕਮਾ ਵੇਖਿਆ ਜਾ ਸਕਦਾ ਪੁਲਿਸ ਵਾਲਾ। ਜਿੱਦਣ ਇਹ ਭਰਤੀ ਹੁੰਦੇ ਨੇ, ਸਹੁੰ ਚੁੱਕਦੇ ਨੇ ਕਿ ਆਪਣੇ ਦੇਸ਼ ਦੇ ਪ੍ਰਤੀ ਇਮਾਨਦਾਰ ਰਹਿ ਕੇ, ਤੇ ਜੋ ਦੇਸ਼ ਦਾ ਕਾਨੂੰਨ ਹੈ ਉਸ ਮੁਤਾਬਕ ਅਸੀਂ ਪੂਰੀ ਸੇਵਾ ਦੇ ਨਾਲ, ਸੇਵਾ ਸਮਝ ਕੇ ਨੌਕਰੀ ਕਰਾਂਗੇ। ਪਰ ਇਸ ਤਰ੍ਹਾਂ ਹੁੰਦਾ ਤਾਂ ਨਹੀਂ ਨਾ ਜੀ। ਜਿਹੜੀ ਸਰਕਾਰ ਆ ਗਈ, ਬੋਲੀ ਉਹਦੀ ਬੋਲਣੀ ਹੈ। ਉਹ ਭਾਵੇਂ ਪੰਜਾਬ ਦੀ ਹੋਵੇ, ਕਿਤੋਂ ਦੀ ਹੋਵੇ, ਯੂਪੀ ਦੀ ਹੋਵੇ, ਇਹ ਸਾਰਾ ਕੁਝ ਸਾਡੇ ਸਾਹਮਣੇ ਹੈ ਨਾ ਜੀ। ਕਿ ਸਹੁੰ ਖਾਧੀ ਸੰਵਿਧਾਨ ਦੀ, ਸਹੁੰ ਖਾਧੀ ਦੇਸ਼ ਦੀ, ਪਰ ਬੋਲੀ ਬੋਲਦੇ ਨੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ, ਜਿਹੜੇ ਸਮੇਂ ਦੀਆਂ ਸਰਕਾਰਾਂ ਨੇ। ਇਹ ਖੱਤਰੀ ਵੀ ਕੁਝ ਕਰਦੇ ਸਨ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਬ੍ਰਾਹਮਣ ਜੀ, ਤੇਰੀ ਗੱਲ ਠੀਕ ਹੈ। ਸਾਰੇ ਸ੍ਰਿਸ਼ਟੀ ਦੇ ਵਿੱਚ ਜਿਹੜਾ ਧਰਮ ਹੈ ਉਹ ਲੋਕ ਪਛਾਣਦੇ ਨਹੀਂ, ਇੱਕ ਪਾਸੇ ਰੱਖ ਦਿੱਤਾ। ਕੇਵਲ ਅੱਗੇ ਆਪਣੇ ਰੁਪਈਆ, ਪੈਸਾ ਤੇ ਲੋਭ ਲਾਲਚ ਰੱਖ ਦਿੱਤਾ। ਕਲੇ ਕਾਲ ਮਹਿ ਛੁੱਟ ਗਇਓ ਧਰਮ, ਖੱਤਰੇ ਦਿਜ ਸਭ ਕਰਤ ਕੁਕਰਮ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਕਲਯੁੱਗ ਦੇ ਸਮੇਂ ਦੇ ਵਿੱਚ ਧਰਮ ਛੁੱਟ ਹੀ ਗਿਆ ਹੈ। ਇਹ ਸੱਚ ਹੈ, ਚਾਹੇ ਕੋਈ ਖੱਤਰੀ ਹੈ, ਚਾਹੇ ਕੋਈ ਬ੍ਰਾਹਮਣ ਹੈ। ਤੇ ਨਾਲ ਆਪਣੇ ਆਪ ਨੂੰ ਲੈ ਕੇ ਚੱਲੀਏ, ਭਾਵੇਂ ਕੋਈ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ। ਸਾਰੇ ਕੁਕਰਮਾਂ ਦੇ ਵਿੱਚ ਲੱਗੇ ਨੇ, ਕਿਸੇ ਵਿਰਲੇ ਟਾਵਾਂ ਨੂੰ ਛੱਡ ਕੇ। ਇਨ ਦੋਨੋਂ ਬਹੁ ਗਹਿ ਲਈਏ ਪਾਪਾ, ਪ੍ਰਿਸ਼ਟ ਭਏ ਛੋਟਾ ਧਰਮ ਆਪਾ। ਸਤਿਗੁਰੂ ਜੀ ਕਹਿੰਦੇ ਨੇ, ਭਾਵੇਂ ਖੱਤਰੀ ਹੋਵੇ ਤੇ ਭਾਵੇਂ ਬ੍ਰਾਹਮਣ ਹੋਵੇ, ਇਨ ਦੋਨੋਂ ਬਹੁ ਕਹਿ ਲਈਏ ਪਾਪਾ, ਇਹਨਾਂ ਨੇ ਤੇ ਪਾਪਾਂ ਨੂੰ ਫੜ ਲਿਆ ਹੈ। ਪਾਪਾਂ ਦੇ ਵਿੱਚ ਲਿਪਤ ਹੋ ਗਏ ਨੇ, ਪ੍ਰਿਸ਼ਟ ਹੋ ਗਏ ਨੇ। ਇਹਨਾਂ ਨੇ ਛੋੜ ਦਿੱਤਾ ਆਪਣਾ ਛੋਟਾ ਧਰਮ, ਆਪਣਾ ਧਰਮ ਹੀ ਛੱਡ ਦਿੱਤਾ ਹੈ। ਤਨ ਜਾ ਕੋ ਧਨ ਲੈ ਕਰ ਖਾਹੀ, ਪਰਿਯਤ ਸੋ ਵਿਚਾਰ ਕਮਾਹੀ। ਆਪਣੇ ਧੀਆਂ ਦਾ ਧਨ ਲੈ ਲੈ ਕੇ ਖਾਂਦੇ ਨੇ, ਧੀਆਂ ਵੇਚਦੇ ਨੇ। ਦੇਖੋ, ਉਦੋਂ ਸਿੱਧਾ ਸੌਦਾ ਹੁੰਦਾ ਸੀ, ਵੇਚਿਆ ਜਾਂਦਾ ਸੀ ਕਿ ਕਿੰਨੇ ਦੀ ਵੇਚਣੀ ਹੈ। ਰੁਖਿਮਾ ਕਰਨਾ, ਧੀਆਂ ਪੁੱਤਰ ਵੇਚੇ ਅੱਜ ਵੀ ਜਾਂਦੇ ਨੇ। ਬਸ ਅੱਜ ਉਹ ਵੇਚਣ ਦਾ ਢੰਗ ਤਰੀਕਾ ਬਦਲ ਗਿਆ, ਵੇਚੇ ਤੇ ਅੱਜ ਵੀ ਜਾਂਦੇ ਨੇ। ਕਿ ਪੁੱਤਰ ਨੂੰ ਪੜ੍ਹਾਇਆ, ਇੰਨਾ ਲਿਖਾਇਆ, ਇੰਨਾ ਖਰਚਾ ਕੀਤਾ, ਹੁਣ ਲੱਖ ਰੁਪਈਆ ਨੌਕਰੀ ਤਨਖਾਹ ਵੀ ਲੈਂਦਾ ਹੈ। ਤੇ ਜਦੋਂ ਵਿਆਹ ਕਰਨਾ, ਫਿਰ ਉੱਥੇ ਬੋਲੀ ਲੱਗਦੀ ਹੈ ਕਿ ਦੱਸੋ ਹੁਣ ਦਿਓਗੇ ਕੀ? ਖਰਚਾ ਸੀ ਕੀਤਾ ਤੇ ਖਰਚਾ ਹੁਣ ਕੁੜੀ ਵਾਲਿਆਂ ਤੋਂ ਲੈਣਾ ਹੈ। ਔਰ ਬਹੁਤੀ ਗਿਣਤੀ ਵਿੱਚ ਹੈ, ਸਾਰੇ ਨਾ ਕਹਾਂ ਤੇ ਪਰ ਬਹੁਤਾਤ ਗਿਣਤੀ ਵਿੱਚ ਹੀ ਕੁਝ ਹੈ। ਗੁਰੂ ਸਾਹਿਬ ਜੀ 'ਤੇ ਕਿਰਪਾ ਕਰ ਰਹੇ ਨੇ ਕਿ ਧੀਆਂ ਦੇ ਧਨ ਨੂੰ ਲੈ ਕੇ ਖਾਂਦੇ ਨੇ। ਪਰ ਧੀਐ ਸੋ ਵਿਚਾਰ ਕਮਾਹੀ, ਪਰ ਇਸਤਰੀ ਤੇ ਪਰ ਪੁਰਸ਼ ਤੇ ਭੈੜੀ ਨਜ਼ਰ ਰੱਖਦੇ ਨੇ। ਆਪਨੋਂ ਪੜਨਾ ਦੀਨੋਂ ਤਿਆਗੇ, ਪੜਨ ਮਲੇਸ਼ਣ ਭਾਖਾ ਲਾਗੇ। ਸਤਿਗੁਰੂ ਜੀ ਕਹਿੰਦੇ ਨੇ, ਭਾਵੇਂ ਖੱਤਰੀ ਹੋਵੇ ਤੇ ਭਾਵੇਂ ਬ੍ਰਾਹਮਣ ਹੋਵੇ, ਇਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਤੇ ਛੱਡ ਹੀ ਦਿੱਤੀ ਹੈ।
ਇਹ ਤਾਂ ਹੁਣ ਮਲੇਸ਼ੀਆ ਦੀ ਜਿਹੜੀ ਵਿਦੇਸ਼ੀ ਭਾਸ਼ਾ ਉਹ ਵੀ ਪੜ੍ਹਨ ਲੱਗ ਗਏ। ਦੇਖੋ ਭਾਸ਼ਾ ਜਿਹੜੀ ਹੈ ਆਪਣੇ ਆਪ ਦੇ ਵਿੱਚ ਬੜੀ ਵੱਡੀ ਥਾਂ ਰੱਖਦੀ ਹੈ। ਭਾਵੇਂ ਅਸੀਂ ਪੜ੍ਹਦੇ ਹਾਂ ਕਿ ਪੰਜਾਬੀ ਸਾਡੀ ਮਾਂ ਬੋਲੀ ਸਾਰੇ ਜਾਣਦੇ ਵੀ ਹੈ, ਪਰ ਅੱਜ ਬਹੁਤੀ ਗਿਣਤੀ ਸਾਡੀ ਵੀ ਬੱਚਿਆਂ ਨੂੰ ਪੜ੍ਹਾਉਣਾ ਉੱਥੇ ਕਿ ਜਿੱਥੇ ਕੇਵਲ ਤੇ ਕੇਵਲ ਅੰਗਰੇਜ਼ੀ ਪੜ੍ਹਾਈ ਜਾਏ। ਅੰਗਰੇਜ਼ੀ ਪੜ੍ਹਨੀ ਮਾੜੀ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਬੋਲਣੀ ਆਉਣੀ ਚਾਹੀਦੀ, ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ। ਪਰ ਅੰਗਰੇਜ਼ੀ ਪੜ੍ਹਨ ਦਾ ਮਤਲਬ ਇਹ ਤਾਂ ਨਹੀਂ ਨਾ ਆਪਣੀ ਭਾਸ਼ਾ ਛੱਡ ਦਿਓ। ਦੇਖੋ ਜੇ ਸਿੱਖੀ ਦੇ ਵਿੱਚ ਆਉਣਾ, ਇੱਕ ਬੇਨਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ 'ਤੇ ਲੱਗਣੇ ਪਏਗਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਦੋਂ ਤੱਕ ਸ਼ੁੱਧ ਨਹੀਂ ਪੜ੍ਹੀ ਜਾ ਸਕਦੀ ਜਦੋਂ ਤੱਕ ਅਸੀਂ ਪੰਜਾਬੀ ਨਹੀਂ ਪੜ੍ਹੇ ਹੋਵਾਂਗੇ। ਪੰਜਾਬੀ ਤੋਂ ਫਿਰ ਅੱਗੇ ਗੁਰਮੁਖੀ ਲਿਪੀ, ਕਿਉਂਕਿ ਭਾਵੇਂ ਆਪਾਂ ਕਹਿ ਦੇਂਗੇ ਕਿ ਹਿੰਦੀ ਦੇ ਗੁਟਕੇ ਲੈ ਲਾਂਗੇ, ਗੁਟਕੇ ਦੇ ਛਪੇ ਨੇ ਉਰਦੂ 'ਚ ਵੀ ਨੇ, ਅੰਗਰੇਜ਼ੀ 'ਚ ਵੀ ਨੇ, ਕਈਆਂ ਭਾਸ਼ਾਵਾਂ 'ਚ, ਪਰ ਉਹ ਹਿੰਦੀ ਵਾਲਾ ਕਦੇ ਵੀ ਸ਼ੁੱਧ ਬਾਣੀ ਕਿੱਥੇ ਪੜ੍ਹ ਲੇਗਾ। ਜੇ ਸੁਣ ਕੇ ਕਿਤੋਂ ਪੜ੍ਹੇਗਾ ਤੇ ਫਿਰ ਖਿਮਾ ਕਰਨਾ ਇਹ ਵੀ ਕਹਿ ਦਿੱਤਾ ਜਾ ਸਕਦਾ ਹੈ, ਫਿਰ ਹਿੰਦੀ ਦੇ ਨਾਲ ਜਿਹੜਾ ਉਹ ਧੱਕਾ ਹੋਏਗਾ। ਹਿੰਦੀ ਵਿੱਚ ਛੋਟੀ ਜਿਹੀ ਮਾਤਰਾ ਬੋਲੀ ਜਾਂਦੀ ਹੈ, ਪਰ ਗੁਰਮੁਖੀ ਲਿਪੀ ਦੀ ਆਮ ਤੌਰ 'ਤੇ ਜਿਹੜੀ ਵਿੱਚ ਸਤਿਗੁਰੂ ਦੀ ਬਾਣੀ ਹੈ ਉਹ ਸਿਆਰੀ ਕੇਵਲ ਅਰਥ ਕਰਨ ਵਾਸਤੇ ਹੈ। ਕਈਆਂ ਥਾਵਾਂ 'ਤੇ ਬੋਲੀ ਜਾਂਦੀ, ਕਈਆਂ ਥਾਵਾਂ 'ਤੇ ਬੋਲੀ ਨਹੀਂ ਜਾਂਦੀ। ਸਤਿਗੁਰੂ ਜੀ ਕਿਰਪਾ ਕਰਨ, ਇਹ ਭਾਸ਼ਾ ਕਿਸੇ ਦੀ ਨਹੀਂ, ਕਿਸੇ ਦੀ ਭਾਸ਼ਾ ਪੜ੍ਹੋ ਜਿੰਨੀ ਮਰਜ਼ੀ ਪੜ੍ਹੋ, ਪਰ ਆਪਣੀ ਤਰ੍ਹਾਂ ਛੱਡੋ। ਸਤਿਗੁਰੂ ਜੀ ਕਹਿੰਦੇ ਨਾ ਤੇ ਆਪਣੀ ਭਾਸ਼ਾ ਹੀ ਛੱਡ ਦਿੱਤੀ, ਆਪਣੀ ਪੜ੍ਹਾਈ ਲਿਖਾਈ ਛੱਡ ਦਿੱਤੀ। ਹੁਣ ਇਹ ਮਲੇਸ਼ੀਆ ਦੀ ਭਾਸ਼ਾ ਬੋਲਦੇ ਨੇ। ਧਨ ਲਾਲਚ ਘਰ ਪੇ ਬਿਵਚ ਰਿਤੀ, ਨਿਜ ਬ੍ਰਿਤ ਤਿਆਗੇ ਚਲੇ ਅਨਿਤੇ। ਤੇ ਆਪਣੀ ਭਾਸ਼ਾ ਛੱਡੀ ਕਿਉਂ, ਦੂਸਰਿਆਂ ਦੀ ਬੋਲਦੇ ਕਿਉਂ ਨੇ? ਲਾਲਚ ਹੈ ਧਨ ਦਾ, ਉਹ ਲਾਲਚ ਅੱਜ ਵੀ ਹੈ। ਲਾਲਚ ਕਰਕੇ ਭਾਵੇਂ ਆਪਣੀ ਬੋਲੀ ਭੁੱਲ ਜੇ ਕਿ ਰੁਪਈਆ ਕਮਾਉਣਾ, ਪੈਸਾ ਕਮਾਉਣਾ ਹੈ, ਰੀਤ ਛੱਡ ਦਿੱਤੀ, ਰਹਿਤ ਹੀ ਛੱਡ ਦਿੱਤੀ। ਪਰ ਨਿੰਦਾ ਮਿਲ ਸਦਾ ਅਲਾਵੇਂ, ਕਰ ਤਹਾਰ ਕਥਾ ਬਾਤ ਚਲਾਵੇਂ। ਸਤਿਗੁਰੂ ਜੀ ਕਹਿੰਦੇ ਨੇ ਨਾਲੇ ਤੇ ਇੱਕ ਦੂਜੇ ਨੂੰ ਮਿਲ ਕੇ ਦੂਸਰਿਆਂ ਦੀ ਨਿੰਦਿਆ ਕਰੀ ਹੁੰਦੇ ਨੇ। ਅਤੇ ਦੂਸਰੇ ਲੋਕ ਇਵੇਂ ਦੇ ਹੋ ਗਏ ਨੇ ਕਿ ਹਰੀ ਦੀ ਕਥਾ, ਪਰਮੇਸ਼ਰ ਦੀ ਕਥਾ ਚੱਲਦੀ ਹੋਵੇ, ਕਰਤ ਹਰ ਕਥਾ ਬਾਤ ਚਲਾਵੇਂ, ਕਥਾ ਕੀਰਤਨ ਹੁੰਦਾ ਹੋਵੇ, ਸਾਡੇ ਸਾਹਮਣੇ ਹੀ ਹੈ ਕਿ ਗੱਲਾਂ ਵੀ ਚੱਲ ਰਹੀਆਂ ਨੇ। ਇੱਥੋਂ ਤੱਕ ਕਿ ਫੋਨ 'ਤੇ ਵੀ ਗੱਲ ਹੋ ਰਹੀ ਹੈ, ਮੋਬਾਈਲ ਫੋਨ। ਦੇਖੋ ਜਿਹੜਾ ਜਿਹਨੂੰ ਕਹਿ ਦਿੱਤਾ ਜਾਵੇ ਕਿ ਜਿਹੜਾ ਸਾਡੀ ਆਮ ਜਿਹੜੀ ਪ੍ਰਜਾ ਹੈ, ਪ੍ਰਜਾ ਦਾ ਨੌਕਰ ਹੁੰਦਾ ਨਾ ਜੇ ਅਫਸਰ, ਕੋਈ ਵੀ ਸਰਕਾਰੀ ਅਫਸਰ ਹੈ ਤੇ ਪ੍ਰਜਾ ਦੇ ਨੌਕਰ ਹੈ। ਉਹਦੇ ਦਫ਼ਤਰ 'ਚ ਜਾਣਾ ਹੋਵੇ ਤਾਂ ਬੜੇ ਸੁਚੇਤ ਹੋ ਕੇ ਪਹਿਲੋਂ ਮੋਬਾਈਲ ਜਿਹੜਾ ਨੂੰ ਉਹਨੂੰ ਜਾਂ ਤਾਂ ਆਫ ਕਰ ਲਈਏ ਜਾਂ ਘੱਟੋ ਘੱਟ ਸਾਇਲੈਂਸ ਕਰ ਲਈਏ, ਇਹਦੇ ਸਾਹਮਣੇ ਫੋਨ ਨਾ ਜਾਏ। ਡਾਕਟਰ ਕੋਲ ਜਾਣਾ ਹੋਵੇ ਕਿ ਪਹਿਲਾਂ ਉਹਨੂੰ ਬੰਦ ਕਰ ਲਓ। ਪਰ ਪਤਾ ਨਹੀਂ ਸਾਨੂੰ ਸਮਝ ਕਦੋਂ ਲੱਗਣੀ ਕਿ ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਹੈ ਉਹਦੇ ਹਜ਼ੂਰੀ ਵਿੱਚ ਜਾਣਾ, ਕਥਾ ਕੀਰਤਨ ਵਿੱਚ ਬੈਠਣਾ ਹੈ। ਅਤੇ ਇਹਨਾਂ ਗੱਲਾਂ ਦਾ ਖਿਆਲ ਹੀ ਨਹੀਂ। ਇਹ ਫਿਰ ਅਨਾਊਂਸਮੈਂਟ ਕਰਨੀ ਪੈਂਦੀ ਹੈ ਕਿ ਭਾਈ ਮੋਬਾਈਲ 'ਤੇ ਬੰਦ ਕਰ ਲਓ। ਹੁਣ ਸਤਿਗੁਰੂ ਜੀ ਕਹਿੰਦੇ ਨੇ ਉਹ ਨਾਲੇ ਇੱਕ ਦੂਜੇ ਦੀ ਨਿੰਦਿਆ ਕਰੀ ਹੁੰਦੇ ਨੇ। ਹਰੀ ਪਰਮੇਸ਼ਰ ਦੀ, ਰੱਬ ਦੀ ਕਥਾ ਕੀਰਤਨ ਹੁੰਦਾ ਹੋਵੇ ਤੇ ਵਿੱਚ ਬੈਠੇ ਗੱਲਾਂ ਕਰੀ ਹੁੰਦੇ ਨੇ। ਸੁਣ ਕਾਰ ਪੁਣ ਦਿਜ ਉਚਰੇ ਪੈਨਾ, ਸੁਣੋ ਸੰਤ ਜੀ ਤੂੰ ਸੁਖ ਦੇਨਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਇਸ ਬ੍ਰਾਹਮਣ ਦੇ ਅੰਦਰ ਇੰਨੀ ਠੰਡ ਪੈਂਦੀ ਹੈ, ਇੰਨਾ ਅੰਦਰੋਂ ਸ਼ਾਂਤ ਹੁੰਦਾ ਜਾਂਦਾ ਹੈ। ਹੱਥ ਜੋੜ ਕੇ ਸੱਚਮੁੱਚ ਨਿਮਾਣਾ ਹੋ ਕੇ ਬੇਨਤੀ ਕਰਦਾ ਹੈ ਕਿ ਹੇ ਸੰਤ ਜੀ, ਤੁਸੀਂ ਬੜੇ ਹੀ ਸੁਖਦਾਇਕ ਜਿੱਥੇ ਬਚਨ ਕਰ ਰਹੇ ਹੋ ਤੇ ਸੁਖਦਾਇਕ ਹੋਊਗੀ। ਤੁਸੀਂ ਆਪ ਹੀ ਪਰਮੇਸ਼ਰ ਦਾ ਰੂਪ ਹੋ। ਕਲ ਯੁਗ ਮਹਿ ਅੱਗ ਕੁਹ ਵਰਤਾਰਾ, ਕਰਤ ਸਰਬ ਨਰ ਬਿਨਾ ਵਿਚਾਰਾ। ਕਿ ਹੇ ਸੰਤ ਜੀ, ਇਸ ਕਲਯੁਗ ਦੇ ਸਮੇਂ ਦੇ ਵਿੱਚ ਸਾਰੇ ਪਾਸੇ ਪਾਪਾਂ ਦਾ ਹੀ ਵਿਸਤਾਰ ਹੈ। ਸਾਰੇ ਕੀ ਨਰ ਕੀ ਨਾਰੀ ਬਿਨਾਂ ਕਿਸੇ ਵਿਚਾਰ ਤੋਂ ਬਸ ਕੰਮ ਕਰੀ ਆਉਂਦੇ ਨੇ ਕਿ ਪਾਪ ਪੁੰਨ ਦੇ ਵਿਚਾਰ ਵੀ ਨਹੀਂ ਕਰਦੇ। ਬਿਨਾਂ ਨਾਮ ਤੇ ਆਣੋ ਪਾਏ,
जो गत होवे तेहो बताए। हुणे ब्राह्मण कहता है कि हे संत जी, नाम तो बिना कोई होर उपाय है कि नाम दे नाल ते आम लोगों की जिहड़ी है वो छेती करके प्रीत पैंदी नहीं। कोई होर तरीका है कि जिस नाल मुक्ति प्राप्त हो जाए। तुम समरथ सर्वज्ञ अहो गतदाई, सुन श्री गुरपुन गिरा अलाई। ये ब्राह्मण कहता कि हे संत जी, तुसी सर्वज्ञ सर्व शक्ति दे मालक हो, सर्व तरह के ज्ञान के मालक हो, मुक्ति के दाते हो, कृपा करके समझाओ। ये सुन के सतगुरु धन गुरु नानक साहिब जी ने कृपा की। उस शब्द का चौथा पदा ते अखीरला पदा फिर उच्चारण किया। सिरे मुखवाक अष्ट साज साज पुराण सुध, करें वेद अभ्यास बिन नाम हर के मुक्त नाही, कह नानक दास। हुण धन गुरु नानक देव सच्चे पातशाह जी निमरता घर में आके अपने आप को दास कहते हैं कि पंडित जी असी कोई रब नहीं, कोई परमेश्वर नहीं, असी उस परमेश्वर के दास हाँ। तो एक गल चंगी तरह समझ लो, अष्ट साज साज पुराण सुधे करें वेद अभ्यास। कई 18 पुराणों पढ़ते हैं, वेदां की विचार करते हैं। हुणे सतगुरु जी ने पावन बचन बाणी दे विच भी कहे ने कि सतगुरु नूं सब को वेखदा, जेता जगत संसार, डिठै मुक्त न होवे, जिचर शब्द न करे विचार। उदों तक मुक्ति नहीं जदों शब्द के विचार न हो। पर इस तो अगली गल धन गुरु नानक देव सच्चे पातशाह कहते विचार भी लोग बहुत करते हैं, और विचार कितने घट हो रही हैं, बहुत हो रही ने, बहुत सुन रहे हैं। इन्हां पुराणों नूं वेदां नूं पढ़ के विचार के जे जीवन के विच उहनूं लिआंदा ही नहीं, विचार भी कर ली, समझ भी आ गई, उस मुताबिक जे चले ही नहीं। देखो एक उदाहरण ले लीए, गुरु साहब के विचार जो आप करने हैं, और एक गल तो सबनों पता है, चेते भी है कि बाबा फरीद जी ऐन चंगी तरह सीधे तो सादे शब्दों में कह के गए हैं कि पे जो तू सिख बनना है ना, मुरीद बनना है, जिस सिक्खी के राह पर चलना है, तो फिर घट्टो घट एक काम जरूर कर ली, एक छड्ड दी तो एक नूं अपना ली। बोलीए सच धर्म, झूठ ना बोलीए। एक नूं अपनाउण लई कहा, एक नूं छड्डण नूं कहा। और इनके अर्थों की कोई लोड़ तो नहीं ना कि बहुत अर्थ बड़े औखे नहीं किते, सबनों पता है। उन्हें विचार तो सुनी सब ने, पर इस विचार से चलिया कौन? बाबा कबीर जी ने पावन वचन कहे ने, धन गुरु ग्रंथ साहिब ने बहुत थावां ते समझाया है कि देखो ये जिहड़े वेद ने, पुराण ने, या धार्मिक ग्रंथ ने, पोथियां ने, वेद कतेब कहो मत झूठे। झूठा कौन है जी? झूठा जो ना विचारे। तो केवल विचार ना करने वाला ही नहीं, विचार को ना चलने वाला भी तो झूठा ही है। हुण सतगुरु जी कृपा करते हैं कि कई पुराणों का पाठ भी पढ़ते हैं, वेदां नूं विचारते भी ने, पर चलते भी। इस करके दास नानक कहता है कि हे ब्राह्मण जी, हे सिखो, हे सुनने वाले सुरतो, बिन नाम हर के मुक्त नहीं, कहे नानक दास। परमेश्वर के नाम तो बिना मुक्ति मिलनी नहीं, नाम तो बिना अंदर दे विकार छुटने नहीं, नाम तो बिना काम क्रोध लोभ मोह हंकार तो मुक्त होना नहीं, नाम तो बिना जिउंदियां जी मुक्ति नहीं मिलनी। और सतगुरु जी ने कृपा की है, पाठ पढ़ने, इन्हां दी विचार करनी बड़ा चंगा काम है। पुण्य दान करने, सेवा करनी, सारे कर्म चंगे ने। पर धन गुरु अर्जन देव जी कहते हैं इन्हां तो अगे दी एक गल है, और बड़ी स्पष्ट कही है कि एक सहार के नाम बिन अगे लिए को।
क्योंकि विचार कर लेनी, बहुत सारा पढ़ लेना, बहुत सारा सुना देना, गल एक वक्री है, पर उस विचार नूं जीवन में लियाउणा गल बिल्कुल वक्री है। क्योंकि सतगुरु जी ने बाणी दे विच पावन बचन कहे ने ना, पढ़ना गुड़ना संसार की कार है। ये तो संसार का धंधा है, बन चुकिया है और धंधा ही हो रहा है। विचार के जो उस मुताबिक चले नहीं, नाम तो बिना मुक्ति नहीं। कर जोरे तिज किन्नी बंधन, मम गत की जय पाप निकंदन। उस ब्राह्मण ने दोवें हाथ जोड़े, हाथ जोड़ के कहते ने, हे मुक्ति दे दाते, तुसीं पापां दा नाश करने वाले हो, मेरे ते भी कृपा करो। पूर्ण पुरख संत जगदीशु, हस कह चरण कमल तार शीशु। तुसीं पूर्ण पुरख हो, तुसीं संत ने, तुसीं आप ही परमेश्वर हो। इन्ना कह के उस ब्राह्मण ने सतगुरु के चरणों में अपना सिर रख दिता, हाथ जोड़े ने, सिर गुरु सब के चरणों ते है। गर्भ जात का तीनों त्यागे, गुर पग की और महल लागे। ये ब्राह्मण कहता कि मैनू अपनी ब्राह्मण जात का, ब्राह्मण होने का बड़ा वड्डा घमंड सी, पर अज तो वो घमंड, वो अहंकार छड्ड दिता। अज तो सतगुरु जी तुहाडे चरणों च लिव लग गई है। निज उपदेश मोह को तीजै, शरण परे के शर्मर खीजै। सतगुरु जी तुहाडी शरण में आया, हुण मैनू अपना दास जान के, अपना बना के अपना उपदेश दिओ। मैं तुहाडी शरण में आया तो शरण पिया तो मेरी लाज जरूर रखो। गुर कह धन प्राप्त भयो, तजो तंब छल जोए। हुण शरण में पैण का मतलब यह है कि अज तो मैं तुहाडा सिख होया, जो उपदेश तुसीं दिओगे उस मुताबिक चलांगा। धन गुरु नानक साहब जी हुण उपदेश दिंदे ने कि भी जे ये धन तो तैनूं प्राप्त हो गया, तेरा डब्बा भी मिल गया, होर भी मिल गया, तेरा गुजारा चलेगा, अगे परमेश्वर होर कराएगा। पर यह जिहड़ा छल है, कपट है, इनू अज तो छड्ड दे। शुद्ध आत्मै नाम जप, इस प्रकार गत होए। शुद्ध आत्मा के नाल उस परमेश्वर का नाम जप, कि तेनों इन्हां तो मुक्ति मिलेगी, इन्हां विकारां तो मुक्त हो जाएगा, जिउंदे जी मुक्त हो जाएगा। वाहिगुरु जप वरतो दरबा, पर हर हृदय विकारण सरबा। तो सतगुरु जी नाल ही समझाते हैं कि जिवें दबिया होया मिले ना, कि देखी पंडित जी जाके में दब के बैठ ना जाए। वाहिगुरु जप वरतो दरबा, वाहिगुरु का सिमरन करदे होए इस धन पदार्थ नूं वरतो, आप छको, लोड़वंदां नूं वंडो, किरत करो, वंड छको, नाम जपो। ये उपदेश गुरु साहब जी हर थां ते दिंदे ने। पर हर हृदय विकारण सरबा, धन पदार्थ नूं वरतना है, केवल जोड़ जोड़ के रखना नहीं, अंदर के विकारां नूं दूर करना है। पास चले अग बख्शे तुझ ताई, बहुर ना कर सो अह दुखदाई। सतगुरु जी कहते हैं अज तो तेरे जिन्ने किते हुए पाप ने, पाप ही ने ना जी। लोगों को छलना, लोगों को ठगना और झूठ बोल बोल के उन्होंने जेबां में रुपया पैसा कढाउणा बड़ा वड्डा पाप है। सारे पाप, सारे अपराध अज तो बख्श दिते, तेरे कट्टे गए। अज तो ये पाप तेन दुखी नहीं करनगे, पर नाल गुरु साहब जी कृपा करते हैं, ये तां बख्शे जाने ने कि अगे तो ये कर्म करना है, विकारां नूं छड्डना है, झूठ नहीं बोलना, फरेब नहीं करना, वंड के छड्डना है। साल ग्राम दीन पुन ताही, इनके पीछे वाह कर चाही। सतगुरु जी ने 60 ग्राम कढ़ के फड़ा दिता, जेड़ा इनू हुण तक मिलिया नहीं सी। कहंदे आ अपना 60 ग्राम भी लै, वापस करके क्या
कि इनके वास्ते झूठ बोल बोल के लोगों को ठगदा सन। ये अपना सालगिरह पढ़ इनू विखा विखा के भिख्या मंग रहे सन। भयो सिख सतगुरु को तिज पार, हरख्यो अधिक शब्द बोहो लिख कर। इन्हें उस सालगिरह फड़िया एक पासे रख दिता कि सतगुरु जी अज तो इस सालगिरह की ना सच्ची ते ना झूठी इन्हें पूजा छड्डी, क्योंकि धन गुरु कलगीधर पातशाह जी ने पावन भजन कहे ने कि काहे को पूजत पाहन को, इस पाहन मैं कर कछ परमेश्वर नाही। कोई पत्थर दे विच थोड़ी रब हुंदा है। और सतगुरु जी ने बाणी दे विच भी पावन भजन कहे ने, बुत पूज पूज हिंदू मूवे तुर्क मूवे सिर नाई। खैर सतगुरु जी कृपा करते हैं, इन्हें एक पासे रख दिता। और बाबा कबीर जी तो पावन बचन है, भावें ब्राह्मण से कहते ब्राह्मण वाली जात अंदरों होमे कढ़ दी। अज तो जो बाबा कबीर जी कहते सन कि पंडित मुला जो लिख दिया, छाड़ चले हम कछू न लिया। सतगुरु जी इन्हां सब नूं छड्डिया। अज तो तुहाडे बचन तुहाडी सिੱਖਿਆ, जो तुसीं भजन करोगे उन्होंने कमावांगा। भयो सिख सतगुरु को तिज बारे। ये ब्राह्मण गुरु साहब जी ने सिੱਖਿਆ लई बड़ा प्रसन्न होया। हरख्यो अधिक शब्द बहुत लिख कर। और जिन्ने को हो सकता सी सतगुरु जी के बाणी ने इन्हें शब्द लिखे, उन्होंने शब्दों का अभ्यास किया। इस ब्राह्मण को गुरु साहब जी ने इस तरह निहाल किया है। अगे गुरु साहब जी जो कृपा करेंगे कल विचारेंगे हुई फुलों की खिमा। और एक दो मिनट होर रसना के नाल हाजरी लवाइए, फिर समाप्ति है जी। वाहे गुरु वाहे गुरु वाहे गुरु।